ਬਿਕਾਜ਼ ਗੁਰੂ ਜੀ ਆਪ ਕਹਿੰਦੇ ਸੀਗੇ ਕਿ ਗੁਰੂ ਦੀ ਉਸਤਤ ਕਰਨਾ ਪਾਠ ਕਰਨ ਤੋਂ ਵੀ ਬਿਹਤਰ ਹੈ। ਅਤੇ ਸਾਨੂੰ ਤਾਂ ਇਹੀ ਗੱਲ ਆਉਂਦੀ ਹੈ। ਮੈਂ ਇੱਕ ਇੰਸੀਡੈਂਸ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਅਸੀਂ ਕਿੰਨਾ ਛੋਟਾ ਸੋਚਦੇ ਹਾਂ, ਸਾਨੂੰ ਪਤਾ ਲੱਗੇ। ਇੱਕ ਵਾਰੀ ਦੀ ਗੱਲ ਹੈ, ਮੈਨੂੰ ਕਾफ़ੀ ਸਮੋਸਾ ਪਸੰਦ ਸੀਗਾ ਅਤੇ ਗੁਰੂ ਜੀ ਨੂੰ ਕਹਿਣਾ ਵੀ ਗੁਰੂ ਜੀ ਕਾफ़ੀ ਚਿਰ ਤੋਂ ਅਸੀਂ ਸਮੋਸਾ ਨਹੀਂ ਖਾਇਆ ਤੇਰੇ ਦਰਬਾਰ 'ਚ, ਵੀ ਸਾਨੂੰ ਮਿਲ ਜੇ। ਅੱਛਾ ਜੀ, ਇੱਕ ਵਾਰ ਕਿਹਾ, 2 ਵਾਰ ਨਹੀਂ, ਤੀਜੇ ਸਤਸੰਗ 'ਚ ਮੈਨੂੰ ਸਮੋਸਾ ਪ੍ਰਸ਼ਾਦ ਮਿਲਿਆ। ਗੁਰੂ ਜੀ ਦੇ ਸਾਹਮਣੇ ਬੈਠਿਆ ਸੀਗਾ ਅਤੇ ਜਦੋਂ ਸੇਵਾਦਾਰ ਆਇਆ ਸਮੋਸਾ ਲੈ ਕੇ, ਮੈਨੂੰ ਨਹੀਂ ਪਤਾ ਸੀ ਕੀ ਆ, ਦੇਖਿਆ ਤਾਂ ਸਮੋਸਾ ਐਡਾ ਛੋਟਾ। ਅਤੇ ਅੱਛਾ ਜੀ, ਗੁਰੂ ਜੀ ਵੱਲ ਦੇਖਿਆ ਤਾਂ ਇੰਨਾ ਛੋਟਾ ਸਮੋਸਾ, ਮਤਲਬ ਇਹ ਕੀ ਗੱਲ ਹੋਈ? ਕਹਿੰਦੇ ਆਪਣੀ ਛੋਟੀ ਵੱਡੀ ਦੀ ਗੱਲ ਹੋਈ ਸੀ। ਮੈਂ ਕਿਹਾ ਨਹੀਂ ਗੁਰੂ ਜੀ, ਆਈ ਐਮ ਸੋ ਸੋਰੀ। ਗੱਲ ਇੱਦਾਂ ਦੀ ਹੈ ਵੀ ਅਸੀਂ ਕਿੰਨਾ ਛੋਟਾ ਮੰਗਦੇ ਹਾਂ, ਮਤਲਬ ਸਾਨੂੰ ਆਉਂਦਾ ਹੀ ਨਹੀਂ ਮੰਗਣਾ, ਪੱਕੀ ਗੱਲ ਆ। ਗੁਰੂ ਜੀ ਕਹਿੰਦੇ ਸੀ ਵੀ ਪੰਡਿਤਾਂ ਦੇ ਚੱਕਰਾਂ 'ਚ ਨਹੀਂ ਪੈਣਾ ਕਦੇ। ਉਹ ਕਿਉਂ? ਕਿਉਂਕਿ ਜਦੋਂ ਅਸੀਂ ਹੱਥ ਦਿਖਾਉਂਦੇ ਆਪਣੇ ਪੰਡਿਤ ਨੂੰ, ਅਤੇ ਜਾਂ ਕੋਈ ਵੀ ਐਸਟਰੋਲੋਜਰ ਹੋਵੇ, ਉਹ ਸਾਡਾ ਹੱਥ ਦੇਖ ਕੇ ਇਹ ਤਾਂ ਦੱਸ ਦਿੰਦਾ ਕਿ ਇਹਦੀ ਲਾਈਫ 'ਚ ਕੀ ਹੋਇਆ ਸੀ, ਇਹ ਕੀ ਹੋ ਰਿਹਾ। ਹਾਲਾਂਕਿ ਉਹਨੂੰ ਆਪਣਾ ਫਿਊਚਰ ਨਹੀਂ ਪਤਾ ਹੁੰਦਾ। ਇੱਕ ਵਾਰ ਮੈਂ ਕਿਸੇ ਪੰਡਿਤ ਕੋਲ ਗਿਆ, ਵੈਸੇ ਹੀ ਯਾਰ ਦੋਸਤ ਨਾਲ ਪੰਗਾ ਲੈਣ ਪੰਡਿਤ ਨਾਲ ਕਿ ਇਹਨੂੰ ਕੀ ਪਤਾ ਹੈ। ਮੈਂ ਕਿਹਾ ਹਾਂਜੀ ਪੰਡਿਤ ਜੀ, ਤੁਸੀਂ ਕਿਵੇਂ ਦੱਸ ਦਿਓ ਕਿਸੇ ਦਾ ਫਿਊਚਰ? ਅਤੇ ਮੈਂ ਤਾਂ ਆਪਣੇ ਯਾਰ ਦੋਸਤ ਨਾਲ ਗੱਲ ਕਰ ਰਿਹਾ। ਮੈਂ ਕਿਹਾ ਇਹਨੂੰ ਆਪਣਾ ਫਿਊਚਰ ਤਾਂ ਪਤਾ ਨਹੀਂ, ਅਸੀਂ ਲੈ ਕੇ ਆਏ ਬੰਦੂਕ, ਇਹਨੂੰ ਇਹ ਤਾਂ ਪਤਾ ਨਹੀਂ ਅਸੀਂ 2 ਮਿੰਟ ਬਾਅਦ ਇਹਦੇ ਨਾਲ ਕੀ ਕਰਨਾ। ਇਹ ਗੱਲਾਂ ਕਰ ਰਹੇ ਸੀ ਆਪਾਂ ਇੱਕ ਦੂਜੇ ਨਾਲ ਕਿ ਫਿਊਚਰ ਕਿਸੇ ਨੂੰ ਨਹੀਂ ਪਤਾ, ਸਿਰਫ ਰੱਬ ਨੂੰ ਹੀ ਪਤਾ ਹੁੰਦਾ। ਬੰਦੂਕ ਸੀਗੀ ਨਹੀਂ ਮੇਰੇ ਕੋਲ, ਮੈਂ ਸਿਰਫ ਗੱਲ ਕਹੀ ਉਹਨੂੰ। ਅਤੇ ਗੱਲ ਇੱਦਾਂ ਦੀ ਹੈ ਵੀ ਗੁਰੂ ਜੀ ਨੇ ਇਸ ਕਰਕੇ ਕਿਹਾ ਵੀ ਪੰਡਿਤਾਂ ਦੇ ਚੱਕਰਾਂ 'ਚ ਨਹੀਂ ਪੈਣਾ, ਕਿਉਂਕਿ ਜਦੋਂ ਅਸੀਂ ਆਪਣਾ ਹੱਥ ਦਿਖਾਉਂਦੇ ਹਾਂ ਪੰਡਿਤ ਨੂੰ, ਅਤੇ ਅਸੀਂ ਰੱਬ ਦੇ ਲੇਖਾਂ ਨੂੰ ਚੈਲੰਜ ਕਰਦੇ ਹਾਂ, ਬਹੁਤ ਹੀ ਗਲਤ ਚੈਲੰਜ ਕਰਦੇ ਹਾਂ ਕਿ ਰੱਬ ਨੇ ਜੋ ਦਿੱਤਾ ਉਹ ਸਾਨੂੰ ਮਨਜ਼ੂਰ ਨਹੀਂ ਹੈਗਾ, ਅਤੇ ਸਾਨੂੰ ਉਹ ਚਾਹੀਦਾ ਜੋ ਸਾਨੂੰ ਪਸੰਦ ਹੈਗਾ। ਅਤੇ ਜ਼ਿਆਦਾ ਪੰਡਿਤ ਕਹਿ ਦੇਵੇ ਵੀ ਮੈਨੂੰ ਇਹ ਗੱਲ, ਤੁਹਾਡਾ ਫਿਊਚਰ ਕਹਿ ਦੇਵੇ ਕਿ ਇਹਨੇ ਬਹੁਤ ਵੱਡਾ ਕੰਮ ਕਰਨਾ ਅੱਗੇ, ਅਤੇ ਬੰਦਾ ਕਹੇਗਾ ਵੀ ਨਹੀਂ ਕਮਾਲ ਦਾ ਪੰਡਿਤ ਹੈ, ਇੰਨੀ ਵਧੀਆ ਗੱਲ ਕਹਿ ਰਿਹਾ, ਮੈਂ ਕੱਲ੍ਹ ਨੂੰ ਫੇਰ ਜਾਵਾਂ। ਬਟ ਉਹਨੂੰ ਕੁਛ ਨਹੀਂ ਪਤਾ, ਉਹ ਰੱਬ ਦੇ ਲੇਖਾਂ ਨੂੰ ਚੈਲੰਜ ਕਰ ਰਿਹਾ ਹੈ। ਗੁਰੂ ਜੀ ਕਹਿੰਦੇ ਸੀ ਵੀ ਮੇਰੇ ਕੋਲ ਆ ਕੇ ਤੁਹਾਡੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਹਨ। 9 ਦਾ 6 ਬਣ ਜਾਂਦਾ, 6 ਦਾ 9 ਬਣ ਜਾਂਦਾ। ਤੁਹਾਡੇ ਜਿੰਨੇ ਵੀ ਲੇਖ ਹਨ ਪੁਰਾਣੇ ਲੇਖੇ, ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਕਿੰਨੇ ਜਨਮਾਂ ਤੋਂ ਕਿੰਨੇ ਪਾਪ ਕਰਦੇ ਆ ਰਹੇ ਹਾਂ, ਬਟ ਉਹਨੇ ਹਰ ਵਾਰ ਮਾफ़ ਕੀਤੇ। ਉਹ ਕਹਿੰਦੇ, ਗੁਰੂ ਜੀ ਕਹਿੰਦੇ ਵੀ ਮੈਂ ਤੁਹਾਨੂੰ ਬਖਸ਼ਣ ਹੀ ਤਾਂ ਆਇਆ ਵਾਂ, ਤੁਹਾਨੂੰ ਪਤਾ ਹੀ ਨਹੀਂਗਾ। ਅਸੀਂ ਬਟ ਬਖਸ਼ਿਸ਼ ਕਦੇ ਨਹੀਂ ਮੰਗਦੇ ਹਾਂ, ਅਸੀਂ ਸਿਰਫ ਆਪਣੀ ਦੁਨਿਆਵੀ ਚੀਜ਼ਾਂ ਮੰਗ ਲੈਂਦੇ ਹਾਂ। ਫਿਰ ਜਦੋਂ ਦੁਨਿਆਵੀ ਚੀਜ਼ਾਂ ਸਾਨੂੰ ਮਿਲ ਜਾਂਦੀਆਂ ਨੇ, ਅਸੀਂ ਬਖਸ਼ਿਸ਼ ਭੁੱਲ ਕੇ ਅਸੀਂ ਕਹਿੰਦੇ ਹਾਂ ਵੀ ਗੁਰੂ ਜੀ ਹੁਣ ਇਹ ਦੁੱਖ ਕਿਵੇਂ ਆ ਗਿਆ, ਕਿਉਂਕਿ ਅਸੀਂ ਬਖਸ਼ਿਸ਼ ਤਾਂ ਮੰਗੀ ਨਹੀਂ, ਅਸੀਂ ਤਾਂ ਮਟੀਰੀਅਲਿਸਟਿਕ ਥਿੰਗਸ ਮੰਗ ਕੇ ਅਸੀਂ ਖੁਸ਼ ਸੀਗੇ। ਅਤੇ ਇਸ ਕਰਕੇ ਗੁਰੂ ਜੀ ਕਹਿੰਦੇ ਸੀ ਵੀ ਮੰਗਣਾ ਨਹੀਂ ਚਾਹੀਦਾ, ਮੈਨੂੰ ਆਪਣੇ ਹਿਸਾਬ ਨਾਲ ਕਰਨ ਦਿਓ। ਸੰਗਤ 'ਚ ਆਓ, ਬੈਠੋ, ਕਹਿੰਦੇ ਸੀ ਵੀ ਆਇਆ ਕਰੋ, ਮੌਜਾਂ ਕਰੋਗੇ, ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ। ਅਸੀਂ ਐਸ਼ ਕਰ ਰਹੇ ਹਾਂ। ਇਹ ਮੌਕਾ ਮਿਲਿਆ ਸਾਨੂੰ ਗੁਰੂ ਜੀ ਦੀ ਉਸਤਤ ਕਰਨ ਦਾ, ਇਸ ਤੋਂ ਵਧੀਆ ਐਸ਼ ਮੈਂ ਨਹੀਂ ਦੇਖੀ ਕਦੇ। ਗੁਰੂ ਜੀ ਕੋਲ ਸਾਹਮਣੇ ਬਹਿ ਕੇ ਨੱਚਣਾ, ਮੈਂ ਇੰਨਾ ਸੰਗਦਾ ਸੀਗਾ, ਕੋਈ ਸਾਹਮਣੇ ਮੇਰੇ ਬਹਿ ਜਾਵੇ, ਮੈਨੂੰ ਗੱਲ ਨਹੀਂ ਕਰਨੀ ਆਉਂਦੀ ਸੀਗੀ, ਜਮਾਂ ਗੱਲ ਨਹੀਂ ਕਰਨੀ ਆਉਂਦੀ ਸੀਗੀ, ਨਾ ਮੈਨੂੰ ਗਾਣਾ ਆਉਂਦਾ ਸੀਗਾ ਕਿ ਕਿਵੇਂ। ਹਾਲਾਂਕਿ ਆਵਾਜ਼ ਮੈਨੂੰ ਠੀਕ ਲੱਗਦੀ ਸੀ ਵੀ ਸੰਗਤ ਸੁਣੇਗੀ, ਬਟ ਮੈਨੂੰ ਲੱਗਦਾ ਸੀ ਮੈਂ ਨਹੀਂ ਗਾ ਸਕਦਾ। ਗੁਰੂ ਜੀ ਨੇ ਪਹਿਲੀ ਵਾਰ 'ਚ ਹੀ 2500 ਸੰਗਤ ਦੇ ਸਾਹਮਣੇ ਮੈਨੂੰ ਗਵਾਇਆ। ਇਹ ਸੀਗਾ, ਇਹ ਕੌਨਫੀਡੈਂਸ ਨਹੀਂ, ਇਹ ਬਲੈਸਿੰਗ ਸੀਗੀ ਗੁਰੂ ਜੀ ਦੀ। ਉਦੋਂ ਦੇ ਅੱਗੇ ਫਿਰ ਮੈਂ ਬਾਥਰੂਮ 'ਚ ਗਾਣ ਲੱਗਿਆ, ਹੁਣ ਵੀ ਗਾਣਾ। ਪ੍ਰੋਫੈਸ਼ਨਲੀ ਹਜੇ ਨਹੀਂ ਸਟਾਰਟ ਕੀਤਾ, ਬਟ ਮੈਂ ਸ਼ੁਰੂਆਤ ਹੀ ਸੰਗਤ 'ਚ ਕੀਤੀ ਹੈ ਅਤੇ ਖ਼ਤਮ ਵੀ ਉੱਥੇ ਹੀ ਹੋਏਗੀ। ਕੋਈ ਪ੍ਰੋਫੈਸ਼ਨਲ ਬਣ ਜਾਣਾ ਕੋਈ ਵੱਡੀ ਗੱਲ ਨਹੀਂ, ਗੁਰੂ ਦੇ ਸਾਹਮਣੇ ਗਾ ਲੈਣਾ ਸਭ ਤੋਂ ਵੱਡੀ ਗੱਲ ਹੈ, ਸਭ ਤੋਂ ਵੱਡੀ ਗੱਲ ਹੈ। ਅਤੇ ਮੈਨੂੰ ਤਾਂ ਪਤਾ ਵੀ ਨਹੀਂ ਸੀ ਮੈਂ ਇਸ ਜਨਮ 'ਚ, ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਕਿੰਨਾ ਸੌਖੇ ਮਤਲਬ ਵੇ ਨਾਲ ਗੁਰੂ ਮਿਲ ਗਏ। 2 ਸਾਲ ਦਾ ਹੋ ਕੇ ਮੈਂ ਹੁਣੇ ਜੰਮਿਆ ਵੀ ਨਹੀਂ ਸੀ ਅਤੇ ਗੁਰੂ ਕੋਲ ਸੀਗਾ। ਇਹ ਹੈ ਕੋਈ ਕਿਰਪਾ ਗੁਰੂ ਜੀ ਦੀ। ਅਤੇ ਹੁਣ ਇਹਦੀ ਗੱਲ ਦੱਸਦਾ, 2020 'ਚ ਜਦੋਂ ਲੋਕਡਾਊਨ ਤੋਂ ਪਹਿਲਾਂ ਕੁਛ ਹੀ ਦਿਨ ਪਹਿਲਾਂ ਮੇਰਾ ਬਰਥਡੇ ਸੀਗਾ 12 ਮਾਰਚ ਨੂੰ, ਅਤੇ ਲਾਸਟ ਈਅਰ ਦੀ ਗੱਲ ਆ। ਇੱਥੇ ਹੀ ਸਤਸੰਗ ਸੀਗਾ ਸਾਡੇ ਫਾਰਮ ਹਾਊਸ 'ਤੇ, ਗੁਰੂ ਜੀ ਦੇ ਫਾਰਮ ਹਾਊਸ 'ਤੇ, ਅਤੇ ਮੀਂਹ ਦਾ ਮੌਸਮ ਬਣਿਆ ਹੋਇਆ ਸੀ। ਅਸੀਂ ਪ੍ਰਿਡਿਕਸ਼ਨ ਕੀਤੀ ਸੀ, ਅਸੀਂ ਕੀ ਮਤਲਬ ਅਸੀਂ ਨੈੱਟ 'ਤੇ ਦੇਖਿਆ ਵੀ ਮੀਂਹ ਪੈਣਾ ਹੈ, ਅਤੇ ਅਸੀਂ ਸਤਸੰਗ ਦੀ ਪਲੈਨਿੰਗ ਵੀ ਕਰਨੀ, ਅਤੇ ਉਹ ਸਤਸੰਗ ਸੀਗਾ ਓਪਨ 'ਚ। ਗਰਾਰੀ ਸੀਗੀ ਵੀ ਓਪਨ 'ਚ ਹੀ ਕਰਨਾ, ਮੀਂਹ ਪੈ ਜਾਏ, ਤੂਫਾਨ ਆ ਜਾਏ, ਕਰਨਾ ਓਪਨ 'ਚ ਹੈ। ਬਿਲਕੁਲ ਗੁਰੂ ਜੀ ਨੇ ਪੂਰਾ ਕੀਤਾ ਉਹ ਵੀ।
क्योंकि की होया उस दिन जो संगत सीगी 4-5 बजे सत्संग शुरू होना सीगा, वो नहीं हो पाया बिकॉज 2 मिनट वास्ते ओले पै गए, मीह पै गया। असी सारा दरबार जिहड़ा ओपन च सीगा वो अंदर बाबे की पीठ जिथे सीगी उत्थे शिफ्ट करता भी करना तो है सत्संग। अंदर गए तो मैनू फिर घबराहट होवे, मैं कहा हुण तां अंदर आ गए, बाहर तो थोड़ी देर ही बैठे सी, शुरुआत भी नहीं हुई सी ते अंदर बाहर मीह पै गया, सानू अंदर शिफ्ट करना पै गया। सरूप भी, सोफे भी, संगत वास्ते सारा इंतजाम अंदर होया। तो कोई संगत सीगी, मैं उन्होंने कहा, मैं कहा आंटी देखो अज मेरा जन्मदिन है, मेरा चाह सीगा मैं ओपन च सत्संग करा, गुरु दी कुदरत च करा, सामने बह के कुदरत दे गुरु जी दे सामने, वो नहीं हो रहा तो हुण असीं बाहर चलते हैं। अच्छा हुण प्लैनिंग, हुण संगत ने चुकना कितना औखा भी, चलो जी बाहर चलते हैं, संगत है बाहर है। तो मैं एक एक करके सारे उन्होंने कहा, मैं कहा इत्थे प्रसाद नहीं मिलना, तुसीं बाहर चलो। तो एक करके सारी संगत ने मत्था टेकिया, बाहर आई, असी प्रसाद दिता, असी फिर उत्थे ही बह गए जिथे फार्म हाउस ओपन च सत्संग सीगा। तो उस तो बाद फिर काले बादल उपर, प्योर ब्लैक क्लाउड्स, असी उपर सोच के हुण कह रहे भी मीह ना पवे फिर तो। सारी संगत डरी हुई सी भी हुण की होएगा, हुण की होएगा। संगत करन नूं सब तो ज़्यादा डर तो मैनू ही सीगा भी संगत आई हुई है तो मीह च मैं अंदर कदा बाहर संगत नूं करां, आही कम रह गया। नहीं, बट गुरु जी ने वो इक्को गल मेरी पुगाई, एक गल पुगाई भी वो मीह पिया ही नहीं। एक ड्रॉपलेट जिहड़ी सीगी मेरी चाह प्रसाद ते डुल गई सी, तो मैं फिर डर गया। मैं कहा हुण तां गए असी सारी संगत इत्थे ही डुबेगी, इत्थे ही तरेगी। तो इदां दा कुछ नहीं होण दिता। जब मैं मीह नहीं पिया, बहुत वधिया संगत हुई। गुरु जी मैनू एक गल पता लगी सी, मैं एक दिन पहला विष्णु भगवान नूं, जिवें कि सानू पता कि वो नेचर कंट्रोल करते हैं, मैं तो सुनिया ही सीगा, मैं उन्होंने अरदास की भी कल नूं मीह नहीं पैना चाहिए, मेरे शिव जी का सत्संग है इत्थे, नहीं तो मैं शिव नाल भी लड़ाई करूँगा, तेरे नाल भी करूँगा। बट रब ने एक गल मेरी सुनी, वो फिर मैनू जदों ये सत्संग पूरा होया उस दिन मैनू पता लग गया कि भी गुरु जी के हत्थां 'च ही नेचर वसदा है, उन्हें ही नेचर बनाया, उन्हें ही कुदरत बनाई है, उन्हें ही कंट्रोल करिया है। जन्म मरण हो गया, कुछ भी हो गया, वो गुरु जी के हाथ 'च है। ये गल प्रूव हो चुकी है बिकॉज एक्सपीरियंसिस साडे इन्ने ने, पूरे वर्ल्ड 'च जा रहे ने, सारी संगत हुण जुड़ रही है। जो ये लास्ट ईयर पेंडेमिक शुरू होया, संगत नूं मौका मिलिया गुरु नाल होर जुड़न दा, बिकॉज असी संगत 'च इन्ना असी जुड़ ही नहीं पाते सीगे। संगत आंदी सी, फोन ते गल करदी सी, उन्हां नूं गल ही नहीं करनी आंदी सी गुरु नाल एक्चुअली। तो गुरु जी ने वो भी ठीक किया, हर बंदा अपने आप नूं रब समझी बैठा सी। तो इस करके ये बहुत ज़रूरी सीगा जिहड़ा लास्ट ईयर शुरू होया है। कहंदे सी भी दुख आण ते ही असली स्पिरिचुअल प्रोग्रेस शुरू होंदी है, नहीं तो सुख च बंदा रब नूं याद भी नहीं करता। वड्डी वड्डी गड्डियां लै लैंदा, कोठियां पा लैंदा, बट रब नूं याद करन दा टाइम नहीं हुंदा इंसान कोल। काम इन्ने हुंदे आ, पैसा सामना, गड्डी सामनी, जनानी सामनी, बच्चे सामने, उहदे कोल नहीं टाइम हुंदा। उहदा बिजनेस इन्ना वड्डा हो जांदा जदों उहदे कोल नहीं टाइम हुंदा। उहनूं उहदा ही दुख लगदा, जदों दुख आउंदा वो रब कोल पहुंच जांदा है। किन्ने किन्ने वड्डे, एक गुरु जी कोल बहुत वड्डा इंडस्ट्रीलिस्ट आंदा सीगा, अपना प्राइवेट चॉपर सीगा उहदा, उहने नवां चॉपर गुरु जी वास्ते लैना सीगा। तो गुरु जी कोल आए तो कहा, गुरु जी मैं तुहानूं एक चॉपर गिफ्ट करना चाहुंदा। कह रहे अच्छा मैनू गिफ्ट करना, अच्छा दस अपनी जनानी नूं फोन मार एक बार। कहते हुणे नहा के निकली है तो नीले कपड़े पाए ने, पुछ उहनूं जरा। फोन किया, कहते हाँ जी, वो कहते पुछया भी की पाया तू, हुणे नहा के निकली? कहते हाँ मैं हुणे नहा के निकली हाँ। बस वो बंदा समझ गया कि असी की कर सकते गुरु वास्ते, असी कुछ भी नहीं कर सकते। मैं गुरु जी नूं लास्ट ईयर ही कह रही थी, मैं कहा गुरु जी मैं तेरे वास्ते कुछ करना चाहुंदा, एज अ संगत ला लो, एज अ भगत ला लो, तैनू कुछ देना चाहुंदा अपने वालों। तू मैनू इन्ना दिता तो असी क्यों नहीं दे सकते? रब नूं गल कही भी कुछ देना गुरु जी, कुछ भी। मैनू नहीं पता कि भावें मैं सेवा करके करा या तैनू याद करके करा, बट कुछ देना। ठीक है जी। नैक्सट डे मैनू मैसेज आता है गुरु जी का, तू की मैनू देगा जिहड़ा तेरी सारी रोटियां का इंतजाम तेरी पूरी जिंदगी का कर रहा है, तू मैनू की दे सकता है? मैं समझ गया कि असी कुछ भी नहीं दे सकते, असी सिर्फ रब नूं प्यार कर सकते हैं, उन्हों याद कर सकते हैं। सिर्फ गुरु चेते होवे, रब चेते होवे, जिंदगी सवर जाती है। गुरु जी कहते सी औरतों नूं भी कि औरत जिहड़ी हैगी है लिपस्टिक लाते हुए भी रब नूं याद करे। ये तो एग्जाम्पल दिता उन्होंने, बट वो बिल्कुल सही कहा भी कोई भी काम करो रब चेते आवे। संगत च टाइम नहीं है आउण दा ते रब नूं कल्ला याद करो, तुहानूं सब कुछ प्राप्ति होएगी, संगत प्राप्त होएगी। सानूं इन्ना चंगा मौका मिलिया संगत करन दा इस टाइम दे विच,
ਤੇ ਮੇਰੇ ਮਮ ਡੈਡ ਦਾ ਵਿਆਹ ਵੀ ਗੁਰੂ ਜੀ ਨੇ ਕਰਵਾਇਆ, ਬਹੁਤ ਵਧੀਆ ਅਰੇਂਜਮੈਂਟ ਹੋਇਆ। ਜਿਵੇਂ ਕਿ ਮੇਰੀ ਫੈਮਿਲੀ ਨੇ ਦੱਸਿਆ, ਇੱਕ ਰੌਲਾ ਸੀਗਾ ਕਿ ਮੈਂ ਨਹੀਂ ਪਹੁੰਚ ਪਾਇਆ ਵਿਆਹ 'ਤੇ, ਬਿਕੋਜ਼ ਮੈਂ ਵੀ ਦੇਖਣਾ ਸੀਗਾ ਗੁਰੂ ਜੀ ਨੇ ਕੀ ਕੀਤਾ ਮੇਰੀ ਫੈਮਿਲੀ ਵਾਸਤੇ ਉਨ ਦਿਨਾਂ 'ਚ। ਬਟ ਉਹ ਰਿਸੈਪਸ਼ਨ ਤੱਕ ਪਹੁੰਚੇ ਗੁਰੂ ਜੀ ਸਾਡੇ ਪੇਰੈਂਟਸ ਦੀ। ਸਭ ਤੋਂ ਵਧੀਆ ਗੱਲ, ਮੈਨੂੰ ਸਭ ਤੋਂ ਪਿਆਰੀ ਗੱਲ ਉਹ ਲੱਗੀ ਕਿ ਗੁਰੂ ਜੀ ਕਿੰਨੀ ਨਿਮਰਤਾ ਸੀਗੀ ਗੁਰੂ ਜੀ ਦੇ ਵਿੱਚ, ਕਿ ਪੂਰਾ ਅਰੇਂਜਮੈਂਟ ਦੇਖਣੇ ਆ ਗਏ। ਇੰਨੀ ਸੰਗਤ ਉਹਨਾਂ ਕੋਲ ਉਸ ਟਾਈਮ ਵੀ ਜੁੜੀ ਹੋਈ ਸੀ, ਬਟ ਉਹਨਾਂ ਨੇ ਟਾਈਮ ਕੱਢਿਆ ਮੇਰੀ ਫੈਮਿਲੀ ਵਾਸਤੇ। ਬਹੁਤ ਬਹੁਤ ਸ਼ੁਕਰਾਨਾ ਹੈ ਗੁਰੂ ਜੀ ਦਾ। ਮੇਰੇ ਡੈਡ ਦਾ ਐਕਸੀਡੈਂਟ ਹੁਆ, ਪ੍ਰੋਬਲਮਸ ਹੋਈ, ਸਭ ਕੁਛ ਹੋਇਆ, ਬਟ ਗੁਰੂ ਜੀ ਨੇ ਉਹ ਜੋੜਦੇ ਹੀ ਰਹੇ ਅੱਗੇ। ਮੈਂ ਕਦੇ ਨਹੀਂ ਰੋਕਿਆ ਗੁਰੂ ਜੀ ਨੂੰ, ਆਪਣੇ ਆਪ ਨੂੰ, ਕਿ ਮੈਂ ਦੂਰ ਹੋ ਜਾਵਾਂ ਗੁਰੂ ਤੋਂ, ਕਦੇ ਸੋਚਿਆ ਵੀ ਨਹੀਂ ਸੀ। ਪਹਿਲਾਂ ਤਾਂ ਜੁੜਿਆ ਨਹੀਂ ਸੀ ਤਾਂ ਕਹਿੰਦਾ ਸੀ ਵੀ ਗੁਰੂ ਕੀ ਹੁੰਦਾ ਹੈ। ਮੈਂ ਹਮੇਸ਼ਾ ਗੁਰੂ ਜੀ ਨਾਲ ਕਮਿਊਨੀਕੇਟ ਕਰਦਾ ਸੀ ਵੀ ਗੁਰੂ ਦੀ ਲੋੜ ਕਿਉਂ ਪੈਂਦੀ ਹੈ। ਅਤੇ ਮੈਨੂੰ ਬਾਅਦ 'ਚ ਸਮਝ ਆਈ, ਗੁਰੂ ਜੀ ਕਹਿੰਦੇ ਸੀ ਵੀ ਜਦੋਂ ਵੀ ਮੁਕਤੀ ਪਾਣੀ ਹੁੰਦੀ ਹੈ, ਉਹ ਗੁਰੂ ਹੀ, ਸਿਰਫ ਸ਼ਿਵ ਹੀ ਦੇ ਸਕਦੇ ਹਨ ਤੁਹਾਨੂੰ ਮੁਕਤੀ, ਹੋਰ ਕੋਈ ਵੀ ਨਹੀਂ ਦੇ ਸਕਦਾ। ਅਸੀਂ ਤਾਂ ਹੀ ਗੁਰੂ ਜੀ ਦੇ ਚਰਨਾਂ 'ਚ ਜਾਂਦੇ ਹਾਂ। ਮੈਂ ਤਾਂ ਮੁਕਤੀ ਵੀ ਨਹੀਂ ਮੰਗਣ ਆਉਂਦਾ, ਮੈਂ ਤਾਂ ਸਿਰਫ ਗੁਰੂ ਦਾ ਪਿਆਰ ਮੰਗਣ ਆਉਂਦਾ ਹੁਣ। ਤਾਂ ਮਤਲਬ ਮੁਕਤੀ ਤਾਂ ਮਿਲ ਹੀ ਜਾਣੀ ਹੈ, ਮੈਨੂੰ ਤਾਂ ਪਤਾ ਹੀ ਹੈ, ਬਿਕੋਜ਼ ਸਤਪੁਰਸ਼ ਮਿਲ ਜਾਵੇ ਤਾਂ ਨਰਕ ਨਹੀਂ ਮਿਲਦਾ ਕਦੇ ਵੀ, ਸਾਨੂੰ ਇਹ ਗੱਲ ਪਤਾ ਹੈ। ਮਾਲਿਕ ਕਦੇ ਨਹੀਂ ਚਾਹੁੰਦਾ ਕਿ ਸ਼ਾਇਦ ਤੁਸੀਂ ਬਾਣੀ 'ਚ ਵੀ ਸੁਣਿਆ ਹੋਣਾ ਕਿ ਕਹਿੰਦੇ ਹੈ ਵੀ ਚੀਟੀ 'ਤੇ ਕੂਚਾ ਰਸਥੂਲਾ, ਸਭ ਪਰ ਕਿਰਪਾ ਦਿਸ਼ਟ ਕਰ ਫੂਲਾ। ਹਰ ਇੱਕ ਦੀ ਖੁਸ਼ੀ ਵਿੱਚ ਉਹਦੀ ਖੁਸ਼ੀ ਹੈ ਮਾਲਿਕ ਦੀ। ਹੁਣ ਭਾਵੇਂ ਜਦ ਇਨਸਾਨ ਰੁੱਸ ਜਾਵੇ ਆਪਣੀ ਪ੍ਰੋਬਲਮਸ ਤੋਂ, ਤੇ ਮਾਲਿਕ ਆਪ ਰੁੱਸ ਜਾਂਦਾ ਹੈ, ਬਟ ਉਹਨੂੰ ਉਹ ਦਿਖਾਉਣਾ ਪੈਂਦਾ ਹੈ, ਬਿਕੋਜ਼ ਉਹ ਜ਼ਰੂਰੀ ਹੈ। ਅਸੀਂ ਜਿਵੇਂ ਕਿ ਮੈਂ ਗੱਲ ਕਹੀ ਕਿ ਸਿਰਫ ਸੁੱਖ ਹੀ ਹੋਵੇ ਅਤੇ ਰੱਬ ਚੇਤੇ ਨਹੀਂ ਆਉਂਦਾ। ਉਹ ਸੀਗਾ ਤਾਂ ਹੀ ਰੱਬ ਯਾਦ ਆਉਂਦਾ ਹੈ। ਫਿਰ ਬੰਦਾ ਪਾਠ ਕਰਨਾ ਸ਼ੁਰੂ ਕਰਦਾ ਹੈ। ਪਾਠ ਤਾਂ ਫਿਰ ਵੀ ਪਹਿਲੀ ਪੌੜੀ ਹੈ, ਅਸੀਂ ਤਾਂ ਉਹ ਸਿਰਫ ਸਟਾਰਟਿੰਗ ਹੈ। ਉਸ ਤੋਂ ਬਾਅਦ ਜਿਹੜੀ ਜਰਨੀ ਹੈ, ਉਹ ਗੁਰੂ ਜੀ ਟੇਕ ਓਵਰ ਕਰ ਲੈਂਦੇ ਆ। ਕਹਿੰਦੇ ਸੀ ਵੀ ਸੰਗਤਾਂ ਨੂੰ ਲੈ ਕੇ ਆਇਆ ਕਰੋ, ਜੋੜੋ ਸੰਗਤਾਂ ਨੂੰ। ਕਹਿੰਦੇ ਸੀ ਸਿਰਫ ਲੈ ਕੇ ਆਉਣਾ ਤੁਹਾਡਾ ਕੰਮ ਹੈ, ਅੰਦਰ ਮੰਦਿਰ ਦੇ ਅੰਦਰ ਕੰਮ ਮੇਰਾ ਹੈ। ਅਤੇ ਅਸੀਂ ਉਹ ਵੀ ਨਹੀਂ ਕੀਤਾ। ਗੁਰੂ ਜੀ ਨੇ ਉਹ ਵੀ, ਕੱਲ੍ਹ ਦੀ ਹੀ ਗੱਲ ਦੱਸਦਾ, ਕੱਲ੍ਹ ਕਿੱਥੇ ਸੰਗਤ ਸੀਗੀ, ਗੁਰੂ ਜੀ ਦਾ ਬਰਥਡੇ 7 ਜੁਲਾਈ ਦਾ। ਗੁਰੂ ਜੀ ਦਾ 7 ਨੰਬਰ ਬਹੁਤਾ ਪਸੰਦ ਸੀਗਾ, ਜੰਮੇ ਵੀ 7 ਨੂੰ, ਅਤੇ 2007 'ਚ ਵੀ ਗਏ। ਮੇਰੀ ਗੱਡੀ ਦਾ ਨੰਬਰ ਵੀ 7 ਹੈਗਾ। ਮਤਲਬ ਹਰ ਇੱਕ ਗੱਲ 7 ਨਾਲ ਜੁੜੀ ਹੋਈ ਹੈ। 7 ਜੁਲਾਈ ਨੂੰ ਸ਼ਿਵ ਪਾਰਵਤੀ ਦਾ ਵਿਆਹ ਵੀ ਹੋਇਆ ਸੀ। ਗੁਰੂ ਜੀ ਨੂੰ ਪਸੰਦ ਸੀਗਾ, ਕਹਿੰਦੇ ਮਰਜ਼ੀ ਨਾਲ ਆਏ ਹਾਂ, ਮਰਜ਼ੀ ਨਾਲ ਜਾਵਾਂਗੇ। ਲੋਕ ਸੋਚਦੇ ਸੀ ਵੀ ਗੁਰੂ ਜੀ ਚਲੇ ਗਏ, ਆਪਣਾ ਚੋਲਾ ਛੱਡਤਾ, ਬਟ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਆਪਣੀ ਮਰਜ਼ੀ ਨਾਲ ਗਿਆ ਹੈ, ਸੰਗਤ ਦੀ ਮਰਜ਼ੀ ਨਾਲ ਨਹੀਂ ਗਿਆ। ਉਹਨੇ ਆਪਣੀ ਪਹਿਲੀ ਹੀ ਜਰਨੀ ਸੋਚੀ ਹੋਈ ਸੀ। ਉਹ ਪਹਿਲੇ ਹੀ ਸੋਚ ਕੇ ਆਏ ਸੀ ਮੈਂ ਇਸ ਦਿਨ ਜੰਮਾਂਗਾ ਤਾਂ ਇਸ ਦਿਨ ਚਲਾ ਜਾਵਾਂਗਾ, ਕਿਉਂਕਿ ਸੰਗਤ ਇੰਨੀ ਜੁੜ ਜਾਣੀ ਸੀ ਉਸ ਟਾਈਮ ਤਾਂ। ਕਿੰਨੀ ਸੰਗਤ ਹੁੰਦੀ ਸੀ। ਉਹਨਾਂ ਨੂੰ ਜੇ ਹੁੰਦਾ ਵੀ ਹੁਣ ਲੱਖ ਕਰੋੜ ਸੰਗਤ ਹੋ ਜਾਂਦੀ ਤਾਂ ਬੜਾ ਔਖਾ ਹੋ ਜਾਂਦਾ, ਕਿਉਂਕਿ ਉਸ ਟਾਈਮ ਦਰਸ਼ਨ ਕਰਨ ਨੂੰ ਇੰਨੇ ਔਖੇ ਹੁੰਦੇ ਸੀ। ਹੁਣ ਤਾਂ ਬਹੁਤ ਹੀ ਮਾੜਾ ਟਾਈਮ ਸੀਗਾ ਅਤੇ ਸਾਰੀ ਸੰਗਤ ਪਹੁੰਚਦੀ ਉਹਨਾਂ ਕੋਲ। ਉਹਨਾਂ ਨੇ ਫਿਰ ਤਾਂ ਹੀ ਰੱਬ ਨੂੰ ਇਹ ਕੀਤਾ ਕਿ ਰੱਬ ਨਹੀਂ ਦਿਸਦਾ, ਸਾਨੂੰ ਗੁਰੂ ਦਾ ਰੂਪ ਧਾਰਨ ਕਰਕੇ ਆਉਣਾ ਪੈਂਦਾ, ਆਪਣੇ ਦਰਸ਼ਨ ਦੇਣੇ ਪੈਂਦੇ ਹੈ, ਬਿਕੋਜ਼ ਰੱਬ ਨੂੰ ਅਸੀਂ ਨਹੀਂ ਦੇਖ ਸਕਦੇ ਹਾਂ। ਬਟ ਅਸੀਂ ਤਾਂ ਗੁਰੂ ਜੀ ਨੂੰ ਦੇਖ ਲਿਆ, ਅਸੀਂ ਰੱਬ ਨੂੰ ਦੇਖ ਲਿਆ, ਇੱਕੋ ਹੀ ਗੱਲ ਆ। ਬਹੁਤ ਕਿਰਪਾ ਹੈ ਗੁਰੂ ਜੀ ਦੀ। ਅੱਜ ਵੀ ਜੇ ਸਾਨੂੰ ਇਹ ਸਾਹ ਮਿਲਿਆ ਹੈ ਗੁਰੂ ਜੀ ਨੂੰ ਯਾਦ ਕਰਨ ਦਾ, ਅਤੇ ਉਹ ਸਾਡੇ ਵਾਸਤੇ ਸਭ ਤੋਂ ਵੱਡਾ ਗਿਫਟ ਹੈ ਗੁਰੂ ਜੀ ਦਾ, ਬਿਕੋਜ਼ ਅਸੀਂ ਵਾਹਿਗੁਰੂ ਨਹੀਂ ਬੋਲ ਸਕਦੇ ਜੋ ਤਾਂ ਗੁਰੂ ਜੀ ਨਾ ਚਾਹੁਣ। ਇੱਕ ਵਾਰੀ ਤਾਂ ਬੋਲ ਸਕਦਾ, ਦੂਜੀ ਵਾਰ ਉਦੋਂ ਹੀ ਬੋਲੇਗਾ ਜਦੋਂ ਮਾਲਿਕ ਦਾ ਹੁਕਮ ਹੋਏਗਾ। ਅਤੇ ਗੁਰੂ ਜੀ ਦੀ ਬਹੁਤ ਕਿਰਪਾ ਹੈ, ਹੁਣ ਵੀ ਹੋ ਰਹੀ ਹੈ, ਆਉਣ ਵਾਲੇ ਟਾਈਮ 'ਚ ਵੀ ਹੋਏਗੀ। ਮੈਂ ਆਪਣੇ ਇੱਕ ਹੋਰ ਬਰਥਡੇ ਦੀ ਗੱਲ ਦੱਸਦਾ। ਗੁਰੂ ਜੀ ਹਰ ਬਰਥਡੇ 'ਤੇ ਕੁਛ ਨਾ ਕੁਛ ਮਿਰੇਕਲ ਦਿਖਾਉਂਦੇ ਆ। 2018 ਜਾਂ 19 'ਚ ਮੇਰਾ ਬਰਥਡੇ 'ਤੇ ਗੁਰੂ ਜੀ ਨੇ ਦਰਸ਼ਨ ਦਿੱਤੇ ਮੋਮ ਨੂੰ ਗੁਰਦੁਆਰੇ 'ਚ, ਅਤੇ ਕਹਿੰਦੇ ਮੋਮ ਕਹਿ ਰਹੇ ਸੀ ਵੀ ਇਹ ਮੁੰਡੇ ਦਾ ਕਰੀਅਰ ਕਿਵੇਂ ਬਣੇਗਾ, ਕਿਵੇਂ ਅੱਗੇ ਵਧੇਗਾ, ਬਿਕੋਜ਼ ਜੋ ਵੀ ਹੈ ਅਤੇ ਨਹੀਂ ਹੋ ਰਿਹਾ ਸੀ, ਉਹ ਅੱਗੇ ਵਧ ਨਹੀਂ ਪਾ ਰਿਹਾ ਸੀ, ਇਹ ਜੋ ਵੀ ਹੈ। ਅਤੇ ਗੁਰੂ ਜੀ ਨੇ ਇੱਕੋ ਗੱਲ ਕਹੀ, ਕਹਿੰਦੇ ਤੇਰਾ ਪੁੱਤਰ ਦੁਨੀਆ ਦਾ ਸਭ ਤੋਂ ਵੱਡਾ ਇਨਸਾਨ ਬਣੇਗਾ। ਇਹ ਗੁਰੂ ਨੇ ਕਿਹਾ, ਇਹ ਮੈਂ ਨਹੀਂ ਕਿਹਾ। ਔਰ ਅਤੇ ਮੇਰੀ ਤਾਂ ਖੁਆਇਸ਼ ਸੀਗੀ ਇਹ, ਮਤਲਬ ਦੁਨੀਆ ਦਾ ਸਭ ਤੋਂ ਵੱਡਾ ਇਨਸਾਨ ਬਣਨਾ। ਅਤੇ ਗੁਰੂ ਜੀ ਨੇ ਉਹੀ ਗੱਲ ਮੈਨੂੰ ਸਮਝਾਉਣ ਵਾਸਤੇ ਕਹਿਤੀ ਮੇਰੇ ਬਰਥਡੇ 'ਤੇ। ਮੈਂ ਇੱਕ ਡਾਇਰੀ ਵੀ ਬਣਾ ਲਈ ਸੀ। ਗੁਰੂ ਜੀ ਕਹਿੰਦੇ ਸੀ ਵੀ ਬਟਰਫਲਾਈਜ਼ ਦਾ ਦਿਖਣਾ ਰੱਬ ਦੇ ਮੈਸੇਜਿਸ ਹੁੰਦੇ ਆ, ਉਹ ਰੱਬ ਨਹੀਂ ਹੁੰਦਾ, ਉਹ ਮੈਸੇਜਿਸ ਦਿੰਦਾ ਹੈ, ਬਿਕੋਜ਼ ਬਟਰਫਲਾਈਜ਼ ਆ ਮੈਸੇਂਜਰ ਆਫ ਗੋਡ ਓਨਲੀ। ਸੋ ਮੈਂ ਇੱਕ ਡਾਇਰੀ ਬਣਾ ਲਈ ਵੀ ਮੈਨੂੰ ਰੋਜ਼ ਇੰਨੀ ਬਟਰਫਲਾਈ ਦਿਖਦੇ ਸੀ ਵੀ ਮੈਨੂੰ ਮਜ਼ਾ ਆਉਂਦਾ ਸੀ। ਮੈਂ ਡਾਇਰੀ ਬਣਾ ਲਈ ਵੀ ਮੈਨੂੰ ਇਹ ਅੱਜ 50 ਦੀ ਸੀ, ਅੱਜ 100 ਦੀ ਸੀ, ਅਤੇ ਮੇਰੇ ਬਰਥਡੇ ਵਾਲੇ ਦਿਨ 150 ਮੈਨੂੰ ਬਟਰਫਲਾਈ ਦਿਸੀ ਉਸ ਦਿਨ। ਮੈਂ ਬਹੁਤ ਹੈਰਾਨ ਸੀਗਾ ਕਿ ਗੁਰੂ ਜੀ ਕਿੱਦਾਂ ਮੈਸੇਜਿਸ ਦੇ ਰਹੇ ਨੇ, ਕਿੱਦਾਂ ਕਿਰਪਾ ਕਰ ਰਹੇ ਨੇ।
ਅੱਜ ਵੀ ਅਸੀਂ ਗੁਰੂ ਜੀ ਨੂੰ ਯਾਦ ਕਰਦੇ ਆ ਤੇ ਇਹੀ ਗੱਲ ਕਹਿੰਦੇ ਵੀ ਗੁਰੂ ਜੀ ਸਾਡੇ ਨਾਲ ਹਮੇਸ਼ਾ ਰਹੀ, ਸਾਡੀ ਬਾਂਹ ਫੜ ਕੇ ਰੱਖੀ। ਅਸੀਂ ਇੰਨੇ ਕਮਲੇ ਲੋਕੀ ਆ, ਕੁਝ ਸੰਗਤ ਆਉਂਦੀ ਸੀਗੀ, ਚੰਡੀਗੜ੍ਹ ਦੀ ਸੰਗਤ ਸੀਗੀ, ਉਹ ਮੇਰੇ ਕੋਲ ਆਈ, ਕਹਿੰਦੇ ਗੁਰੂ ਜੀ ਬਾਤ ਤਾਂ ਨਹੀਂ ਛੱਡਣਗੇ। ਮੈਂ ਉਹਨਾਂ ਨੂੰ ਇੱਕੋ ਗੱਲ ਕਹੀ, ਇੱਕ ਵਾਰੀ ਗੁਰੂ ਜੀ ਕੋਲ ਸੰਗਤ ਆਈ, ਇੱਕੋ ਕਹਿੰਦੀ ਗੁਰੂ ਜੀ ਤੁਸੀਂ ਸਾਡੀ ਬਾਤ ਤਾਂ ਨਹੀਂ ਛੱਡੋਗੇ ਨਾ। ਕਹਿੰਦੇ ਕਮਲੇ ਬਾਤ ਛੱਡਣ ਵਾਲੇ ਤੁਸੀਂ ਹੋ, ਮੈਂ ਤਾਂ ਹਮੇਸ਼ਾ ਰੱਖਦਾ, ਭਾਵੇਂ ਤੁਸੀਂ ਛੱਡ ਵੀ ਦੇਵੋ ਮੈਂ ਫਿਰ ਬਾਂਹ ਫੜ ਲੈਂਦਾ ਤੁਹਾਡੀ। ਇਹ ਸਿਰਫ ਸੰਗਤ ਅਸੀਂ ਹਾਂ, ਅਸੀਂ ਇਨਸਾਨ ਹਾਂ, ਸਾਡਾ ਜਿਹੜਾ ਵਿਸ਼ਵਾਸ ਹੈ ਉਹ ਡੁੱਲ ਜਾਂਦਾ ਜਦੋਂ ਸਾਡੇ ਕੋਲ ਕੋਈ ਦੁੱਖ ਆਉਂਦਾ, ਪਰ ਜੋੜਨ ਵਾਲਾ ਵੀ ਉਹੀ ਹੈ, ਉਹ ਕਦੇ ਬਾਂਹ ਨਹੀਂ ਛੱਡਦਾ। ਅਸੀਂ ਗੁਰੂ ਜੀ ਕਹਿੰਦੇ ਸੀ ਵੀ ਕੰਪਲੇਂਟਸ ਨਹੀਂ ਕਰਨੀ ਚਾਹੀਦੀ, ਕਿਸੇ ਨੂੰ ਬਲੇਮ ਨਾ ਕਰੋ, ਕਿਸੇ ਨੂੰ ਗਾਲ ਨਾ ਕੱਢੋ, ਤੇ ਕਹਿੰਦੇ ਸੀ ਗਰੀਬਾਂ ਦੀ ਹੈਲਪ ਕਰੋ, ਕਹਿੰਦੇ ਸੀ ਵੀ ਗਰੀਬਾਂ ਦੀ ਹੈਲਪ ਕਰੋ ਤੇ ਪਾਠ ਕਰੋ, ਜੋ ਵੀ ਤੁਹਾਨੂੰ ਦਿਸਦਾ ਆਪਣੀ ਲਾਈਫ 'ਚ ਚੰਗੇ ਕਰਮ ਕਮਾਓ, ਜੋ ਵੀ ਕੋਈ ਇੱਛਾ ਨਾ ਕਰੋ ਕੁਝ ਚੰਗਾ ਕਰਮ ਤੋਂ ਬਾਅਦ ਕਿ ਮੈਂ ਇਹਦੀ ਹੈਲਪ ਕਰਾਂਗਾ ਤਾਂ ਮੇਰੇ ਨਾਲ ਇਹ ਹੋ ਜਾਏਗਾ, ਮੈਨੂੰ ਗੱਡੀ ਮਿਲ ਜਾਏਗੀ, ਮੇਰਾ ਪਰਿਵਾਰ ਵਧੀਆ ਹੋ ਜਾਏਗਾ। ਇੱਦਾਂ ਕੁਛ ਵੀ ਨਹੀਂ ਆ। ਤੁਸੀਂ ਜਿੰਨਾ ਮਰਜ਼ੀ ਸੈਲਫਲੈਸਲੀ ਕਰੋਗੇ ਉਹ ਤੁਹਾਡੇ ਕਰਮ ਵਿੱਚ ਆਏਗਾ, ਤੁਹਾਡੀ ਲਾਈਫ ਚੇਂਜ ਨਹੀਂ ਹੋਏਗੀ ਉਹਦੇ ਨਾਲ। ਹੋ ਸਕਦਾ ਮਾਲਿਕ ਨੇ ਤੁਹਾਡੇ ਕਰਕੇ ਕਰ ਵੀ ਦੇਣੀ ਹੈ, ਬਟ ਚੰਗੇ ਕਰਮ ਨਾਲ ਇਹ ਸ਼ੋਰਟੀ ਨਹੀਂ ਹੁੰਦੀ ਕਿ ਤੁਹਾਨੂੰ ਚੰਗਾ ਹੀ ਮਿਲੇਗਾ। ਦੁੱਖ ਜ਼ਰੂਰ ਆਉਣਗੇ ਤੁਹਾਡੀ ਵਿੱਚ, ਬਟ ਤੁਸੀਂ ਸੈਲਫਲੈਸਲੀ ਜੇ ਕਿਸੇ ਸੰਗਤ ਵਾਸਤੇ, ਕਿਸੇ ਗਰੀਬ ਵਾਸਤੇ, ਕਿਸੇ ਚੰਗੇ ਇਨਸਾਨ ਵਾਸਤੇ ਮਦਦ ਕਰੋ ਉਹਦੀ, ਤਾਂ ਤੁਹਾਨੂੰ ਆਪ ਨੂੰ ਸੈਟਿਸਫੈਕਸ਼ਨ ਜਿਸ ਦਿਨ ਹੋਏਗੀ ਨਾ, ਤੇ ਤੁਸੀਂ ਆਪਣਾ ਕਰਮ ਕਰੋਗੇ। ਗੁਰੂ ਜੀ ਨਹੀਂ ਕਹੋਗੇ ਮੈਂ ਗੁਰੂ ਜੀ ਇਹ ਕਰਮ ਕੀਤਾ ਮੈਨੂੰ ਇਹ ਦਿਓ, ਫਿਰ ਕੁਛ ਨਹੀਂ ਮਿਲਣਾ। ਤੁਸੀਂ ਕਰਮ ਕਰਕੇ ਛੱਡ ਦਿਓ ਕਿ ਬਾਈ ਮੈਨੂੰ ਕੁਛ ਨਹੀਂ ਚਾਹੀਦਾ, ਫਿਰ ਦੇਖੋ ਤੁਹਾਡੀ ਜ਼ਿੰਦਗੀ ਕਿਵੇਂ ਬਦਲਦੀ ਹੈ। ਮੇਰੇ ਨਾਲ ਇਹ ਹੋਇਆ। ਮੈਂ ਹਾਲਾਂਕਿ ਕਿਸੇ ਦੀ ਮੇਰੀ ਕੋਈ ਔਕਾਤ ਨਹੀਂ ਹੈ ਮੈਂ ਕਿਸੇ ਦੀ ਹੈਲਪ ਕਰਾਂ, ਬਟ ਗੁਰੂ ਜੀ ਨੇ ਆਪੇ ਕਰਵਾਈ ਹੈ। ਮੇਰੇ ਸਾਰੇ ਕੰਮ ਗੁਰੂ ਜੀ ਨੇ ਅੱਜ ਤੱਕ ਬਣਵਾਏ ਨੇ, ਅਤੇ ਬਾਅਦ 'ਚ ਗੁਰੂ ਜੀ ਇਹ ਵੀ ਨਹੀਂ ਦੱਸਦੇ ਮੈਂ ਕੀਤਾ। ਮੈਂ ਗੁਰੂ ਜੀ ਨੂੰ ਇੱਕ ਦਿਨ ਕਾਫੀ ਪਰੇਸ਼ਾਨ ਹੋ ਕੇ ਕਹਿ ਦਿੱਤਾ ਵੀ ਗੁਰੂ ਜੀ ਤੁਸੀਂ ਮੇਰੇ ਨਾਲ ਤਾਂ ਖੜ੍ਹੇ ਹੋ ਨਾ, ਬਿਕਾਜ਼ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ, ਬਿਕਾਜ਼ ਗੁਰੂ ਜੀ ਮੇਰੀ ਗੱਲਾਂ ਸੁਣ ਰਹੇ ਆ। ਅਤੇ ਮੈਂ ਗੁਰੂ ਜੀ ਨੂੰ ਕਿਹਾ, ਮੈਂ ਕਿਹਾ ਗੁਰੂ ਜੀ ਕੁਛ ਆਪਣਾ ਸਾਈਨ ਦਿਓ, ਤੁਸੀਂ ਮੇਰੇ ਨਾਲ ਖੜ੍ਹੇ ਹੋ। ਅਤੇ ਗੁਰੂ ਜੀ ਪਿੱਛੋਂ ਹੀ ਕਹਿੰਦੇ ਆ, ਮੈਂ ਗੱਡੀ 'ਚ ਬੈਠੇ ਸੀ, ਮੈਨੂੰ ਹੁਣ ਵੀ ਯਾਦ ਆ, ਕਹਿੰਦੇ ਮੈਂ ਨਾਲ ਖੜ੍ਹਾ ਤੇਰੇ, ਤੂੰ ਫਿਕਰ ਨਾ ਕਰਿਆ ਕਰ। ਮੈਂ ਰੋਂਦਾ ਮੈਂ ਹੱਸਣ ਲੱਗ ਗਿਆ। ਸਭ ਤੋਂ ਮਤਲਬ ਕਿਵੇਂ ਬੰਦਾ ਚੇਂਜ ਮਾਰਦਾ, ਇੱਕ ਮੈਸੇਜ ਆ ਜਾਵੇ ਗੁਰੂ ਦੇ ਤਾਂ ਬੰਦਾ ਕਿੰਨਾ ਖੁਸ਼ ਹੋ ਜਾਂਦਾ, ਉਹੀ ਹੋਇਆ। ਅਤੇ ਮੈਂ ਗੁਰੂ ਵੱਲ ਤੱਕਾ, ਮੈਂ ਕਿਹਾ ਗੁਰੂ ਜੀ ਇਹ ਮੈਸੇਜ ਮੈਨੂੰ ਬਹੁਤ ਜ਼ਰੂਰੀ ਸੀ। ਅਤੇ ਫਿਰ ਵੀ ਮੈਨੂੰ ਲੱਗਿਆ, ਮੈਂ ਕਿਹਾ ਸ਼ਾਇਦ ਇਹ ਮੇਰੀ ਅੰਦਰੋਂ ਆਵਾਜ਼ ਤਾਂ ਨਹੀਂ ਆ ਰਹੀ, ਮੈਂ ਆਪ ਹੀ ਆਪਣੇ ਆਪ ਨੂੰ ਬੋਲ ਰਿਹਾ ਵੀ ਗੁਰੂ ਥੋੜ੍ਹਾ ਬੋਲ ਰਿਹਾ, ਵੀ ਮੈਂ ਆਪਣੇ ਆਪ ਤੋਂ ਹੀ ਬੋਲ ਰਿਹਾ, ਮੈਂ ਤੇਰੇ ਨਾਲ ਖੜਾ, ਮੈਂ ਆਪਣੇ ਨਾਲ ਖੜਾ ਮਤਲਬ। ਅਤੇ ਬਟ ਇੱਦਾਂ ਕੁਛ ਨਹੀਂ ਸੀਗਾ। ਉਸ ਤੋਂ ਬਾਅਦ ਕੀ ਹੋਇਆ, ਮੈਂ ਗੱਡੀ 'ਚ ਜਦੋਂ ਸਟੀਰੀਓ ਮੇਰਾ ਔਨ ਸੀਗਾ, ਉਹ ਗਾਣਾ ਆਪੇ ਲੱਗਿਆ ਵੀ ਮੈਂ ਨਾਲ ਖੜਾ ਤੇਰੇ, ਤੋਂ ਫਿਕਰ ਨਾ ਕਰਿਆ ਕਰ। ਉਹ ਗਾਣਾ ਰਾਹਤ ਫਤਿਹ ਅਲੀ ਖਾਨ ਜੀ ਦਾ ਸੀਗਾ। ਫਿਰ ਮੈਨੂੰ ਪਤਾ ਲੱਗਿਆ ਇਹ ਗੁਰੂ ਜੀ ਨੇ ਪਹਿਲੇ ਆਪਣਾ ਮੈਸੇਜ ਭੇਜਿਆ, ਫਿਰ ਉਹ ਮੈਨੂੰ ਵਾਪਸ ਗਾਣਾ ਸੁਣਾਇਆ ਕਿ ਬਾਈ ਇਹ ਮੈਂ ਹੀ ਬੋਲਿਆ ਸੀ, ਇਹ ਮੈਂ ਹੀ ਕਰ ਰਿਹਾ, ਤੂੰ ਕੁਛ ਵੀ ਨਹੀਂ ਕਰ ਰਿਹਾ ਆਪਣੀ ਜ਼ਿੰਦਗੀ 'ਚ। ਕਹਿੰਦੇ ਸੀ ਵੀ ਜ਼ਿੰਦਗੀ ਦਾ ਘੋੜਾ ਜੇ ਮੈਨੂੰ ਦਿਓ ਮੈਂ ਸਿੱਧਾ ਹਾਕਾਂਗਾ, ਬਟ ਅਸੀਂ ਨਹੀਂ ਦਿੰਦੇ। ਅਸੀਂ ਗੁਰੂ ਜੀ ਨੂੰ ਆਪਣਾ ਘੋੜਾ ਤਾਂ ਫੜਾ ਦਿੰਦੇ, ਬਟ ਅਸੀਂ ਆਪ ਹੀ ਫੜ ਕੇ ਰੱਖਦੇ ਹਾਂ ਉਹਨੂੰ। ਸਾਨੂੰ ਵਿਸ਼ਵਾਸ ਨਹੀਂ ਹੁੰਦਾ ਨਾ, ਬਿਕਾਜ਼ ਗੁਰੂ ਜੀ ਦੇ ਕਈ ਵਾਰ ਦੁੱਖ ਆ ਜਾਵੇ ਤਾਂ ਮੈਂ ਆਪ ਖਿੱਚ ਲਵਾਂ। ਗੁਰੂ ਜੀ ਕਹਿੰਦੇ ਸੀ ਵੀ ਫੁੱਲ ਸਰੈਂਡਰ ਕਰੋ ਤਾਂ ਹੀ ਕਿਰਪਾ ਬਰਸੇਗੀ। ਕਈ ਸੰਗਤ ਆਉਂਦੇ ਸੀ ਫਰਸਟ ਡੇ ਆਉਣਾ ਅਤੇ ਗੁਰੂ ਜੀ ਨੇ ਕਲਿਆਣ ਕਰ ਦੇਣਾ, ਜਿਵੇਂ ਕਿ ਮੇਰੀ ਗ੍ਰੈਂਡ ਮਦਰ ਦਾ ਕੀਤਾ। ਉਹ ਬਹਿ ਨਹੀਂ ਸਕਦੇ ਸੀ ਜ਼ਮੀਨ 'ਤੇ, ਉਹਨਾਂ ਦੀ ਸਲਿਪ ਡਿਸਕ ਦੀ ਪ੍ਰੋਬਲਮ ਸੀਗੀ। ਉਹਨਾਂ ਨੂੰ 18 ਸਾਲ ਬਾਅਦ ਗੁਰੂ ਜੀ ਨੇ ਬਿਠਾ ਵੀ ਦਿੱਤਾ, ਕਹਿੰਦੇ ਆਂਟੀ ਤੇਰਾ ਕਲਿਆਣ ਕੀਤਾ, ਬਹਿ ਜਾ। ਉਹ ਬਹਿ ਵੀ ਗਏ, ਉਹ ਪਹਿਲੇ ਦਿਨ ਹੀ ਕਰਤਾ। ਕਈਆਂ ਨੂੰ 6 ਮਹੀਨੇ 25 ਸਾਲ ਲੱਗ ਜਾਂਦੇ ਸੀ ਕਲਿਆਣ ਕਰਨ ਵਾਸਤੇ, ਬਟ ਉਹ ਸੰਗਤ ਇਹੋ ਜਿਹੀ ਜੁਟੀ ਹੋਈ ਸੀ। ਮੈਂ ਇੱਕ ਦੇਖੀ ਸੀ ਸੰਗਤ, ਉਹਨਾਂ ਨੇ ਮੈਨੂੰ ਦੱਸਿਆ ਅਸੀਂ ਇੰਨਾ ਪੇਸ਼ੈਂਸ ਰੱਖਿਆ, ਇੰਨਾ ਅਸੀਂ ਦੁੱਖ 'ਚ ਨਿਕਲੇ ਹਾਂ, ਬਟ ਅਸੀਂ ਬਾਤ ਨਹੀਂ ਛੱਡੀ ਕਦੇ ਗੁਰੂ ਜੀ ਦੀ। ਅਤੇ ਉਹਨਾਂ ਨੂੰ 25 ਸਾਲ ਬਾਅਦ ਉਹ ਇੰਨੇ ਵੱਡੇ ਇੰਡਸਟਰੀਸਟ, ਇੰਨੇ ਵੱਡੇ ਮਤਲਬ ਉਹਨਾਂ ਦੇ ਬਿਜ਼ਨਸ ਹੋ ਗਏ ਖੜੇ, ਬਿਕਾਜ਼ ਉਹਨਾਂ ਨੇ ਪੇਸ਼ੈਂਸ ਰੱਖੀ, ਆਪਣੇ ਕਰਮ ਕਟਵਾਏ ਗੁਰੂ ਕੋਲ ਆ ਕੇ। ਹਮੇਸ਼ਾ ਜਿਵੇਂ ਕਿ ਮੈਂ ਕਿਹਾ, ਪੁੱਠੇ ਲੇਖ ਗੁਰੂ ਜੀ ਹਮੇਸ਼ਾ ਸਿੱਧੇ ਕਰ ਦਿੰਦੇ ਆ ਸੰਗਤ 'ਚ ਆ ਕੇ, ਉਹੀ ਹੋਇਆ। ਉਹ ਸੰਗਤ ਇੰਨੀ ਉੱਪਰ ਪਹੁੰਚ ਗਈ, ਹੁਣ ਮੈਂ ਨਾਂ ਤਾਂ ਨਹੀਂ ਲਵਾਂਗਾ ਉਸ ਸੰਗਤ ਦਾ, ਬਟ ਉਹ ਗੁਰੂ ਜੀ ਦੀ ਬਹੁਤ ਕਿਰਪਾ ਹੋਈ ਉਹਨਾਂ 'ਤੇ। ਗੁਰੂ ਜੀ ਨੇ ਬਹੁਤ ਮਿਹਰ ਕੀਤੀ। ਸਿਰਫ ਉਹਨਾਂ ਨੇ ਟੈਸਟ ਕੀਤਾ, ਹਰ ਵਾਰ ਲੰਗਰ ਵੀ ਖਵਾਇਆ, ਬਟ ਉਹ ਪ੍ਰੋਬਲਮ ਸੋਲਵ ਨਹੀਂ ਹੋਈ। ਗੱਲ ਉਹ ਨਹੀਂ ਸੀ, ਉਹਨਾਂ ਨੇ ਸਿਰਫ ਪੇਸ਼ੈਂਸ। ਕਹਿੰਦੇ ਸੀ ਵੀ ਜਿਵੇਂ ਤੁਸੀਂ ਮਟਕਾ ਲੈਣ ਤੋਂ ਪਹਿਲਾਂ ਠੋਕ ਵਜਾ ਕੇ ਦੇਖਦੇ ਹੋ, ਮੈਂ ਵੀ ਸੰਗਤ ਬਣਾਉਣ ਤੋਂ ਪਹਿਲਾਂ ਠੋਕ ਵਜਾ ਕੇ ਦੇਖਦਾ ਵੀ ਤੁਸੀਂ ਕਿੰਨੇ ਪੱਕੇ ਹੋ ਸੰਗਤ ਦੇ। ਅਤੇ ਤਾਂ ਹੀ ਕਹਿੰਦੇ ਸੀ ਵੀ ਨਿੰਬੂ ਵਾਂਗੂ ਨਿਚੋੜਿਆ ਜਾਂਦਾ, ਤੁਹਾਨੂੰ ਵੀ ਪਤਾ ਲੱਗੇ ਤੂੰ ਕਿਹੋ ਜਿਹੀ ਸੰਗਤ ਹੈ। ਤੂੰ ਪਹਿਲਾਂ ਤਾਂ ਨਹੀਂ ਛੱਡ ਦੇਗਾ ਗੁਰੂ ਨੂੰ, ਜੇ ਤੂੰ ਮੈਨੂੰ ਟੈਸਟ ਕਰੇ ਤਾਂ ਮੈਂ ਵੀ ਕਰਾਂਗਾ। ਅਤੇ ਹੱਕ ਬਣਦਾ ਗੁਰੂ ਦਾ ਵੀ ਸਾਨੂੰ ਟੈਸਟ ਕਰਨਾ, ਵੀ ਜਿੰਨਾ ਮਰਜ਼ੀ ਦੁੱਖ ਲੈ ਲੈ ਤੂੰ, ਮੈਂ ਤੇਰਾ ਸਾਥ ਜਾਂ ਤੇਰਾ ਰਾਹ ਦਿੱਤਾ ਹੋਇਆ ਮੈਂ ਕਦੇ ਨਹੀਂ ਛੱਡਾਂਗਾ। ਥੈਂਕ ਯੂ ਸੋ ਮਚ। ਜੈ ਗੁਰੂ ਜੀ।